ਤੇ ਦੁਆ ਵਿੱਚ ਹੋਰਨਾਂ ਪੰਥਾਂ ਵਾਂਗ ਵਾਰ-ਵਾਰ ਗੱਲਾਂ ਨਾ ਦੁਹਰਾਇਆ ਕਰੋ, ਕਿਉਂਕਿ ਉਹ ਸਮਝਦੇ ਨੇ ਬਹੁਤਾ ਬੋਲਣ ਨਾਲ ਉਹਨਾਂ ਦੀ ਸੁਣੀ ਜਾਵੇਗੀ। ਲਿਹਾਜ਼ਾ ਉਹਨਾਂ ਵਰਗੇ ਨਾ ਬਣ ਜਾਣਾ, ਕਿਉਂਕਿ ਤੁਹਾਡਾ ਰੱਬ ਤੁਹਾਡੀਆਂ ਜ਼ਰੂਰਤਾਂ ਜਾਣਦਾ ਏ, ਤੁਹਾਡੇ ਮੰਗਣ ਤੋਂ ਵੀ ਪਹਿਲਾਂ। ਮੈਥਿਊ 6। ਵੋਲਗਾ ਦੇ ਇਲਾਕੇ ਦੀ ਇੱਕ ਲੋਕ ਕਥਾ। ਦੋਸਤੋ, ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਲਿਓ ਤੋਲਸਤਾਏ ਦੀ ਲਿਖੀ ਕਹਾਣੀ ਤਿੰਨ ਦਰਵੇਸ਼। ਇਹ ਕਹਾਣੀ 1886 ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਅੰਗਰੇਜ਼ੀ ਕਹਾਣੀ ਦੀ 3 ਹਰਮਿਟਸ ਤੋਂ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ ਚਰਨ ਗਿੱਲ ਨੇ। ਇੱਕ ਪਾਦਰੀ ਅਰਖਾਂਗੇਲਸਕ ਤੋਂ ਸਮੁੰਦਰ ਦੇ ਰਾਸਤੇ ਸਲੋਵੇਸਤਿਕ ਮੱਠ ਦਾ ਸਫ਼ਰ ਕਰ ਰਿਹਾ ਸੀ। ਉਸੇ ਜਹਾਜ਼ ਵਿੱਚ ਹੋਰ ਵੀ ਤੀਰਥ ਯਾਤਰੀ ਸਵਾਰ ਸਨ। ਸਫ਼ਰ ਆਸਾਨ ਸੀ, ਮੌਸਮ ਖੁਸ਼ਗਵਾਰ ਤੇ ਹਵਾ ਸਾਥ ਦੇ ਰਹੀ ਸੀ। ਮੁਸਾਫਰ ਡੈਕ ਤੇ ਲਿਟੇ ਹੋਏ ਰਹਿੰਦੇ, ਖਾਂਦੇ ਪੀਂਦੇ ਜਾਂ ਗਰੋਹਾਂ ਵਿੱਚ ਬੈਠ ਕੇ ਗੱਪ-ਸ਼ੱਪ ਲਗਾਉਂਦੇ। ਪਾਦਰੀ ਵੀ ਡੈਕ ਤੇ ਆ ਗਿਆ ਤੇ ਇੱਧਰ ਉੱਧਰ ਚੱਕਰ ਲਗਾਉਣ ਲੱਗਾ। ਤਦ ਉਸਦਾ ਧਿਆਨ ਜਹਾਜ਼ ਦੇ ਬਾਰਬਾਨ ਕੋਲ ਖੜੇ ਕੁਝ ਲੋਕਾਂ ਤੇ ਪਿਆ, ਜੋ ਇੱਕ ਮਛੇਰੇ ਦੀ ਗੱਲ ਬੜੀ ਗੌਰ ਨਾਲ ਸੁਣ ਰਹੇ ਸਨ। ਮਛੇਰਾ ਸਮੁੰਦਰ ਦੇ ਵੱਲ ਉਂਗਲ ਨਾਲ ਇਸ਼ਾਰਾ ਕਰਕੇ ਲੋਕਾਂ ਨੂੰ ਕੁਝ ਦੱਸ ਰਿਹਾ ਸੀ। ਪਾਦਰੀ ਨੇ ਰੁਕ ਕੇ ਉਸ ਸੇਧ ਵੱਲ ਦੇਖਿਆ ਜਿੱਧਰ ਮਛੇਰਾ ਇਸ਼ਾਰਾ ਕਰ ਰਿਹਾ ਸੀ, ਪਰ ਉਹਨੂੰ ਲਿਸ਼ਕਾ ਮਾਰਦੇ ਸਮੁੰਦਰ ਦੇ ਸਿਵਾ ਕੁਝ ਵਿਖਾਈ ਨਾ ਦਿੱਤਾ। ਗੱਲਬਾਤ ਸੁਣ ਲਈ ਪਾਦਰੀ ਉਹਨਾਂ ਲੋਕਾਂ ਦੇ ਥੋੜਾ ਹੋਰ ਨੇੜੇ ਗਿਆ, ਪਰ ਮਛੇਰੇ ਨੇ ਉਸਨੂੰ ਵੇਖਦੇ ਹੀ ਆਦਰ ਨਾਲ ਟੋਪੀ ਉਤਾਰੀ ਤੇ ਖਾਮੋਸ਼ ਹੋ ਗਿਆ। ਬਾਕੀ ਲੋਕਾਂ ਨੇ ਵੀ ਆਪਣੀਆਂ ਟੋਪੀਆਂ ਉਤਾਰੀਆਂ ਤੇ ਸਿਰ ਨਿਵਾਏ। ਮੈਂ ਤੁਹਾਨੂੰ ਤੰਗ ਨਹੀਂ ਕਰਨ ਆਇਆ ਦੋਸਤੋ, ਪਾਦਰੀ ਬੋਲਿਆ, ਸਗੋਂ ਮੈਂ ਤਾਂ ਉਹਨਾਂ ਭਾਈ ਸਾਹਿਬ ਦੀ ਗੱਲ ਸੁਣਨ ਆਇਆ। ਮਛੇਰਾ ਸਾਨੂੰ ਦਰਵੇਸ਼ਾਂ ਬਾਰੇ ਦੱਸ ਰਿਹਾ ਸੀ। ਦੂਸਰਿਆਂ ਦੀ ਨਿਸਬਤ ਤੇਜ਼ ਤਰਾਜ਼ ਇੱਕ ਸੁਦਾਗਰ ਬੋਲਿਆ। ਕਿਹੜੇ ਦਰਵੇਸ਼? ਪਾਦਰੀ ਨੇ ਜਹਾਜ਼ ਦੇ ਕੋਨੇ ਤੇ ਪਏ ਇੱਕ ਡਿੱਬੇ ਉੱਤੇ ਬੈਠਦੇ ਹੋਏ ਪੁੱਛਿਆ। ਮੈਨੂੰ ਵੀ ਦੱਸੋ, ਮੈਨੂੰ ਵੀ ਪਤਾ ਚੱਲੇ ਤੁਸੀਂ ਕਿਸ ਚੀਜ਼ ਵੱਲ ਇਸ਼ਾਰਾ ਕਰ ਰਹੇ ਹੋ। ਉਹ ਟਾਪੂ ਨਜ਼ਰ ਆ ਰਿਹਾ? ਬੰਦੇ ਨੇ ਜਵਾਬ 'ਚ ਥੋੜਾ ਜਿਹਾ ਸੱਜੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਉਹੀ ਟਾਪੂ ਏ ਜਿੱਥੇ ਰੂਹਾਨੀ ਨਿਜਾਤ ਖਾਤਰ 3 ਦਰਵੇਸ਼ ਰਹਿੰਦੇ ਨੇ। ਕਿੱਧਰ ਹੈ ਟਾਪੂ? ਮੈਨੂੰ ਤਾਂ ਕੁਝ ਨਜ਼ਰ ਨਹੀਂ ਆ ਰਿਹਾ, ਪਾਦਰੀ ਨੇ ਜਵਾਬ ਦਿੱਤਾ। ਉੱਧਰ ਥੋੜੇ ਜਿਹੇ ਫਾਸਲੇ ਤੇ। ਜੇਕਰ ਤੁਸੀਂ ਮੇਰੇ ਹੱਥ ਦੀ ਸੇਧ ਵੱਲ ਦੇਖੋ ਤਾਂ ਛੋਟਾ ਜਿਹਾ ਬੱਦਲ ਨਜ਼ਰ ਆਵੇਗਾ। ਉਸ ਦੇ ਹੇਠਾਂ ਜ਼ਰਾ ਖੱਬੇ ਮੱਧਮ ਜਿਹੀ ਬੱਟੀ ਹੈ, ਉਹੀ ਟਾਪੂ ਹੈ। ਪਾਦਰੀ ਨੇ ਗੌਰ ਨਾਲ ਦੇਖਿਆ, ਪਰ ਉਹਨੂੰ ਸਿਵਾਏ ਚਮਕਦੇ ਪਾਣੀ ਦੇ ਹੋਰ ਕੁਝ ਵਿਖਾਈ ਨਾ ਦਿੱਤਾ। ਮੈਨੂੰ ਨਹੀਂ ਨਜ਼ਰ ਆਇਆ, ਪਰ ਕੀ ਸੱਚੀ ਇੱਥੇ ਦਰਵੇਸ਼ ਰਹਿੰਦੇ ਨੇ? ਪਾਦਰੀ ਬੋਲਿਆ। ਜੀ, ਉਹ ਬੜੇ ਪਹੁੰਚੇ ਹੋਏ ਬੰਦੇ ਨੇ, ਮਛੇਰੇ ਨੇ ਜਵਾਬ ਦਿੱਤਾ। ਮੈਂ ਉਹਨਾਂ ਬਾਰੇ ਬੜੇ ਅਰਸੇ ਤੋਂ ਸੁਣ ਰੱਖਿਆ ਸੀ, ਪਰ ਪਿਛਲੇ ਸਾਲ ਉਹਨਾਂ ਨੂੰ ਵੇਖਣ ਦਾ ਮੌਕਾ ਵੀ ਮਿਲਿਆ। ਫਿਰ ਮਛੇਰੇ ਨੇ ਦੱਸਿਆ ਕਿ ਕਿਵੇਂ ਉਹ ਮੱਛੀਆਂ ਫੜਦੇ ਫੜਦੇ ਰਾਤ ਦੇ ਵਕਤ ਟਾਪੂ 'ਚ ਫਸ ਗਿਆ ਸੀ ਤੇ ਉਹਨੂੰ ਪਤਾ ਵੀ ਨਹੀਂ ਸੀ ਕਿ ਉਹ ਕਿੱਥੇ ਹੈ। ਸਵੇਰੇ ਜਦੋਂ ਟਾਪੂ 'ਚ ਮਾਰਿਆ ਫਿਰ ਰਿਹਾ ਸੀ ਤਾਂ ਉਹਨੂੰ ਇੱਕ ਝੁੱਗੀ ਤੇ ਉਹਦੇ ਨਾਲ ਖੜਾ ਇੱਕ ਬੁੱਢਾ ਆਦਮੀ ਵਿਖਾਈ ਦਿੱਤਾ। ਫਿਰ 2 ਹੋਰ ਵੀ ਆ ਗਏ। ਖਾਣਾ ਖਵਾਉਣ ਤੇ ਉਸਦਾ ਸਮਾਨ ਸੁਕਾਉਣ ਦੇ ਬਾਅਦ ਉਹਨਾਂ ਨੇ ਕਿਸ਼ਤੀ ਦੀ ਮੁਰੰਮਤ ਵਿੱਚ ਵੀ ਉਸਦੀ ਮਦਦ ਕੀਤੀ। ਦੇਖਣ 'ਚ ਕਿਵੇਂ ਦੇ ਨੇ? ਪਾਦਰੀ ਨੇ ਪੁੱਛਿਆ। ਇੱਕ ਛੋਟੇ ਕੱਦ ਦਾ ਏ, ਉਹਦੀ ਕਮਰ ਝੁਕੀ ਹੋਈ ਏ, ਬਹੁਤ ਬਜ਼ੁਰਗ ਏ ਤੇ ਪਾਦਰੀਆਂ ਵਾਲਾ ਚੋਲਾ ਪਹਿਨਦਾ ਏ। ਮੇਰੇ ਹਿਸਾਬ ਨਾਲ ਲਗਭਗ 100 ਸਾਲ ਦਾ ਤਾਂ ਹੋਊਗਾ ਹੀ, ਪਰ ਉਹ ਹਰ ਵਕਤ ਮੁਸਕਰਾਉਂਦਾ ਰਹਿੰਦਾ ਏ ਤੇ ਉਹਦਾ ਚਿਹਰਾ ਤਾਂ ਜਿਵੇਂ ਅਰਸ਼ ਉੱਤੇ ਫਰਿਸ਼ਤੇ ਦੀ ਤਰ੍ਹਾਂ ਰੌਸ਼ਨ ਏ। ਦੂਜਾ ਮੁਕਾਬਲਤਨ ਲੰਮਾ ਏ, ਪਰ ਉਹ ਬੁੱਢਾ ਵੀ ਬਹੁਤ ਏ। ਫਟਿਆ ਪੁਰਾਣਾ ਕਿਸਾਨਾਂ ਵਾਲਾ ਝੱਗਾ ਪਹਿਨਦਾ ਏ। ਉਹਦੀ ਦਾੜੀ ਚੌੜੀ ਤੇ ਜ਼ਰਦ ਮਾਇਲ ਸਲੇਟੀ ਰੰਗ ਦੀ ਏ। ਉਹ ਥੋੜਾ ਤਕੜਾ ਵੀ ਹੈ। ਇਸ ਤੋਂ ਪਹਿਲਾਂ ਮੈਂ ਉਹਦੀ ਮਦਦ ਕਰਦਾ, ਉਹਨੇ ਮੇਰੀ ਕਿਸ਼ਤੀ ਖੜਾਉਣੇ ਦੀ ਤਰ੍ਹਾਂ ਉਲਟਾ ਵੀ ਦਿੱਤੀ। ਉਹ ਵੀ ਹਲੀਮ ਤੇ ਖੁਸ਼ ਮਿਜ਼ਾਜ ਏ। ਤੀਸਰੇ ਵਾਲਾ ਲੰਮਾ ਏ। ਉਹਦੀ ਦਾੜੀ ਬਰਫ਼ ਵਾਂਗ ਚਿੱਟੀ ਤੇ ਗੋਡਿਆਂ ਤੱਕ ਆਉਂਦੀ ਏ। ਉਹ ਗੰਭੀਰ ਹੈ ਤੇ ਵੱਡੀਆਂ ਵੱਡੀਆਂ ਭਾਵਾਂ ਵਾਲਾ ਏ। ਉਹਨੇ ਆਪਣੇ ਲੱਕ ਦੇ ਦੁਆਲੇ ਇੱਕ ਲੂੰਗੀ ਜਿਹੀ ਬੰਨ ਰੱਖੀ ਸੀ। ਉਹਨਾਂ ਨੇ ਤੇਰੇ ਨਾਲ ਕੋਈ ਗੱਲ ਕੀਤੀ? ਪਾਦਰੀ ਨੇ ਪੁੱਛਿਆ। ਬਹੁਤਾ ਸਮਾਂ ਤਾਂ ਉਹ ਖਾਮੋਸ਼ ਹੀ ਰਹੇ ਤੇ ਕੰਮ ਕਰਦੇ ਰਹੇ। ਆਪਸ ਵਿੱਚ ਵੀ ਬਹੁਤ ਘੱਟ ਗੱਲ ਕੀਤੀ, ਬਸ ਇੱਕ ਨਜ਼ਰ ਮਾਰਦਾ ਤੇ ਦੂਜਾ ਉਹਦੀ ਗੱਲ ਸਮਝ ਜਾਂਦਾ। ਮੈਂ ਲੰਮੇ ਵਾਲੇ ਨੂੰ ਪੁੱਛਿਆ ਕਿ ਤੁਸੀਂ ਕਾਫੀ ਅਰਸੇ ਤੋਂ ਇੱਥੇ ਰਹਿ ਰਹੇ ਹੋ? ਉਹਨੇ ਜਵਾਬ 'ਚ ਮੈਨੂੰ ਘੂਰ ਕੇ ਦੇਖਿਆ ਤੇ ਬੁੜਬੁੜਾਉਣ ਲੱਗਿਆ ਜਿਵੇਂ ਕਿ ਗੁੱਸੇ 'ਚ ਹੋਵੇ, ਪਰ ਸਭ ਤੋਂ ਬੁੱਢੇ ਨੇ ਉਸਦਾ ਹੱਥ ਫੜਿਆ ਤੇ ਮੁਸਕਰਾਇਆ। ਤਾਂ ਇੰਨੇ ਨਾਲ ਲੰਮੇ ਵਾਲਾ ਖਾਮੋਸ਼ ਹੋ ਗਿਆ। ਫਿਰ ਬਾਬੇ ਨੇ ਮੇਰੇ ਵੱਲ ਮੁਸਕਰਾ ਕੇ ਕਿਹਾ, ਸਾਡੇ 'ਚ ਰਹਿਮ ਕਰੋ।
ਮਛੇਰੇ ਦੀ ਗੱਲਬਾਤ ਦੌਰਾਨ ਜਹਾਜ਼ ਕੰਡੇ ਦੇ ਕਾਫੀ ਨਜ਼ਦੀਕ ਪਹੁੰਚਿਆ ਸੀ। ਉਹ ਦੇਖੋ ਸਰਕਾਰ, ਹੁਣ ਕਾਫੀ ਸਾਫ਼ ਨਜ਼ਰ ਆ ਰਿਹਾ ਏ। ਸੁਦਾਗਰ ਹੱਥ ਨਾਲ ਉਧਰ ਇਸ਼ਾਰਾ ਕਰਦੇ ਹੋਏ ਬੋਲਿਆ। ਪਾਦਰੀ ਨੇ ਦੇਖਿਆ ਤੇ ਹੁਣ ਉਹਨੂੰ ਸਿਆਹ ਪੱਟੀ ਦੀ ਸ਼ਕਲ 'ਚ ਇੱਕ ਟਾਪੂ ਵਿਖਾਈ ਦਿੱਤਾ। ਥੋੜੀ ਦੇਰ ਉਸ ਪੱਟੀ ਵੱਲ ਦੇਖਣ ਤੋਂ ਬਾਅਦ ਉਹ ਜਹਾਜ਼ ਦੇ ਕੰਡੇ ਤੋਂ ਹਟ ਗਿਆ ਤੇ ਡੈਕ ਉੱਤੇ ਜਾ ਕੇ ਜਹਾਜ਼ੀ ਤੋਂ ਪੁੱਛਿਆ, ਇਹ ਕਿਹੜਾ ਟਾਪੂ ਏ? ਮਲਾਹ ਨੇ ਜਵਾਬ ਦਿੱਤਾ, ਉਹ ਵਾਲਾ, ਉਹ ਤਾਂ ਬੇਨਾਮ ਏ ਜੀ। ਇਹੋ ਜਿਹੇ ਪਤਾ ਨਹੀਂ ਕਿੰਨੇ ਕਿੰਨੇ ਸਮੁੰਦਰ 'ਚ। ਕੀ ਇਹ ਸੱਚ ਏ ਕਿ ਇੱਥੇ ਦਰਵੇਸ਼ ਰੂਹ ਦੀ ਮੁਕਤੀ ਦੀ ਖਾਤਰ ਰਹਿ ਰਹੇ ਨੇ? ਜੀ ਸਰਕਾਰ, ਕਹਿੰਦੇ ਤਾਂ ਐਵੇਂ ਹੀ ਆ, ਪਰ ਸੱਚ ਝੂਠ ਦਾ ਤਾਂ ਮੈਨੂੰ ਵੀ ਨਹੀਂ ਪਤਾ। ਮਛੇਰੇ ਦਾ ਦਾਅਵਾ ਕਰਦੇ ਆ ਕਿ ਉਹਨਾਂ ਨੇ ਵੇਖੇ ਆ, ਪਰ ਤੁਹਾਨੂੰ ਵੀ ਪਤਾ ਹੀ ਆ ਕਿ ਅਕਸਰ ਉਹ ਗੱਪਾਂ ਵੀ ਵੱਡੀਆਂ ਹੀ ਮਾਰ ਜਾਂਦੇ ਆ। ਮੇਰਾ ਟਾਪੂ ਤੇ ਰੁਕ ਕੇ ਉਹਨਾਂ ਬੰਦਿਆਂ ਨੂੰ ਮਿਲਣ ਦਾ ਦਿਲ ਕਰਦਾ ਏ, ਪਰ ਮਿਲਾਂ ਕਿਵੇਂ? ਪਾਦਰੀ ਨੇ ਕਿਹਾ। ਸਰਕਾਰ, ਜਹਾਜ਼ ਟਾਪੂ ਦੇ ਬਿਲਕੁਲ ਕੋਲ ਤਾਂ ਨਹੀਂ ਜਾ ਸਕੇਗਾ, ਪਰ ਤੁਹਾਨੂੰ ਛੋਟੀ ਕਿਸ਼ਤੀ ਵਿੱਚ ਉੱਥੇ ਪਹੁੰਚਾਇਆ ਜਾ ਸਕਦਾ ਏ। ਬਿਹਤਰ ਹੋਵੇਗਾ ਕਿ ਤੁਸੀਂ ਕਪਤਾਨ ਨਾਲ ਗੱਲ ਕਰੋ। ਕਪਤਾਨ ਨੂੰ ਬੁਲਾਵਾ ਭੇਜਿਆ ਗਿਆ ਤਾਂ ਉਹ ਫੌਰਨ ਆ ਗਿਆ। ਮੈਂ ਦਰਵੇਸ਼ਾਂ ਨੂੰ ਮਿਲਣਾ ਚਾਹੁੰਦਾ ਹਾਂ, ਤੁਸੀਂ ਮੈਨੂੰ ਤੱਟ ਤੇ ਪਹੁੰਚਾ ਸਕਦੇ ਹੋ? ਪਾਦਰੀ ਨੇ ਪੁੱਛਿਆ। ਕਪਤਾਨ ਨੇ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, ਜੀ ਹਾਂ, ਬਿਲਕੁਲ ਜਾ ਸਕਦੇ ਹਾਂ, ਪਰ ਵਕਤ ਬਹੁਤ ਜ਼ਾਇਆ ਹੋ ਜਾਏਗਾ ਤੇ ਗੁਸਤਾਖੀ ਮਾਫ। ਬੁੱਢੇ ਇਸ ਕਾਬਲ ਨਹੀਂ ਕਿ ਸਰਕਾਰ ਉਹਨਾਂ ਨੂੰ ਮਿਲਣ ਦੀ ਤਕਲੀਫ ਕਰਨ। ਬਹੁਤੇ ਲੋਕ ਕਹਿੰਦੇ ਆ ਕਿ ਪਾਗਲ ਬੁੱਢੇ ਆ ਜਿਨ੍ਹਾਂ ਨੂੰ ਕਿਸੇ ਦੀ ਗੱਲ ਨਹੀਂ ਸਮਝ ਆਉਂਦੀ, ਕੁਝ ਬੋਲਦੇ ਵੀ ਨਹੀਂ, ਐਵੇਂ ਆ ਜਿਵੇਂ ਸਮੁੰਦਰ ਦੀਆਂ ਮੱਛੀਆਂ ਹੋਣ। ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ, ਪਾਦਰੀ ਬੋਲਿਆ। ਤੁਹਾਡੇ ਵਕਤ ਤੇ ਤਕਲੀਫ ਉਠਾਉਣ ਦਾ ਮੁਆਵਜ਼ਾ ਮੈਂ ਅਦਾ ਕਰਾਂਗਾ। ਮਿਹਰਬਾਨੀ ਕਰਕੇ ਕਿਸ਼ਤੀ ਦਾ ਬੰਦੋਬਸਤ ਕਰਵਾਓ। ਕੋਈ ਚਾਰਾ ਨਾ ਚੱਲਿਆ ਤਾਂ ਕਪਤਾਨ ਨੇ ਕਿਸ਼ਤੀ ਤਿਆਰ ਕਰਨ ਦਾ ਹੁਕਮ ਜਾਰੀ ਕੀਤਾ। ਮਲਾਹਾਂ ਨੇ ਚੱਪੂ ਤੇ ਪਤਵਾਰ ਤਿਆਰ ਕੀਤੇ ਤੇ ਕਿਸ਼ਤੀ ਟਾਪੂ ਵੱਲ ਚੱਲ ਪਈ। ਪਾਦਰੀ ਲਈ ਕਿਸ਼ਤੀ ਵਿੱਚ ਇੱਕ ਕੁਰਸੀ ਰੱਖੀ ਗਈ ਸੀ। ਸਾਰੇ ਮੁਸਾਫਰ ਜਹਾਜ਼ ਦੇ ਕੰਢੇ ਉੱਤੇ ਟਿਕੇ ਟਾਪੂ ਵੱਲ ਦੇਖ ਰਹੇ ਸਨ। ਤੇਜ਼ ਨਜ਼ਰ ਵਾਲਿਆਂ ਨੂੰ ਇੱਥੇ ਪਏ ਪੱਥਰ ਵਿਖਾਈ ਦੇ ਰਹੇ ਸਨ। ਫਿਰ ਮਿੱਟੀ ਦੀ ਇੱਕ ਝੁੱਗੀ ਨਜ਼ਰ ਆਈ। ਆਖਿਰ ਇੱਕ ਬੰਦੇ ਨੂੰ ਦਰਵੇਸ਼ ਵੀ ਨਜ਼ਰ ਆ ਗਏ। ਕਪਤਾਨ ਨੇ ਦੂਰਬੀਨ ਕੱਢੀ ਤੇ ਇਸ ਨਾਲ ਇੱਕ ਨਜ਼ਰ ਵੇਖ ਕੇ ਪਾਦਰੀ ਨੂੰ ਫੜਾ ਦਿੱਤੀ। ਗੱਲ ਤਾਂ ਸੱਚ ਲੱਗਦੀ ਏ। ਉਹ ਤੱਟ ਤੇ ਉਸ ਵੱਡੀ ਚਟਾਨ ਤੋਂ ਥੋੜਾ ਸੱਜੇ 3 ਬੰਦੇ ਖੜੇ ਨੇ। ਪਾਦਰੀ ਨੇ ਦੂਰਬੀਨ ਫੜੀ, ਸਿੱਧੀ ਕੀਤੀ ਤੇ 3 ਬੰਦਿਆਂ ਨੂੰ ਵੇਖਿਆ। ਇੱਕ ਲੰਮਾ, ਇੱਕ ਦਰਮਿਆਨਾ ਤੇ ਇੱਕ ਬਹੁਤ ਛੋਟਾ ਕੁਬੜਾ ਜਿਹਾ ਤੱਟ ਤੇ ਇੱਕ ਦੂਜੇ ਦਾ ਹੱਥ ਫੜੀ ਖੜੇ ਸਨ। ਕਪਤਾਨ ਪਾਦਰੀ ਵੱਲ ਮੁੜਿਆ। ਸਰਕਾਰ, ਜਹਾਜ਼ ਹੋਰ ਅੱਗੇ ਨਹੀਂ ਜਾ ਸਕਦਾ। ਤੁਸੀਂ ਤੱਟ ਤੇ ਜਾਣਾ ਚਾਹੁੰਦੇ ਹੋ ਤਾਂ ਗੁਜ਼ਾਰਿਸ਼ ਹੈ ਕਿ ਕਿਸ਼ਤੀ ਵਿੱਚ ਤਸ਼ਰੀਫ ਲੈ ਜਾਓ। ਤਦ ਤੱਕ ਅਸੀਂ ਇੱਥੇ ਲੰਗਰ ਸੁੱਟ ਕੇ ਇੰਤਜ਼ਾਰ ਕਰਦੇ ਹਾਂ। ਰੱਸਾ ਸੁੱਟਿਆ ਗਿਆ, ਲੰਗਰ ਪਾਇਆ ਗਿਆ ਤੇ ਬਾਦ-ਬਾਦ ਫੜਫੜਾਏ। ਇੱਕ ਝਟਕਾ ਲੱਗਣ ਨਾਲ ਜਹਾਜ਼ ਹਿੱਲ ਗਿਆ। ਫਿਰ ਕਿਸ਼ਤੀ ਨੂੰ ਪਾਣੀ ਵਿੱਚ ਉਤਾਰਿਆ ਗਿਆ। ਇੱਕ ਮਲਾਹ ਛਲਾਂਗ ਮਾਰ ਕੇ ਕਿਸ਼ਤੀ ਵਿੱਚ ਉਤਰਿਆ। ਉਸ ਦੇ ਬਾਅਦ ਪਾਦਰੀ ਪੌੜੀ ਨਾਲ ਹੇਠਾਂ ਉਤਰ ਕੇ ਕੁਰਸੀ ਤੇ ਬੈਠ ਗਿਆ। ਬੰਦਿਆਂ ਨੇ ਚੱਪੂ ਚਲਾ ਕੇ ਕਿਸ਼ਤੀ ਨੂੰ ਤੇਜ਼ੀ ਨਾਲ ਟਾਪੂ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ। ਜਦੋਂ ਬਹੁਤ ਨੇੜੇ ਆ ਗਏ ਤਾਂ ਉਹਨਾਂ ਨੂੰ 3 ਬੰਦੇ ਵਿਖਾਈ ਦਿੱਤੇ। ਇੱਕ ਲੂੰਗੀ ਪੋਸ਼ ਲੰਮਾ, ਇੱਕ ਮਧਰਾ ਜਿਸਨੇ ਚੀਥੜੇ ਜਿਹਾ ਕੋਟ ਪਹਿਨ ਰੱਖਿਆ ਸੀ, ਤੇ ਇੱਕ ਬਹੁਤ ਬੁਢਾਪੇ ਦੀ ਵਜ੍ਹਾ ਨਾਲ ਝੁਕਿਆ ਹੋਇਆ, ਪੁਰਾਣੀ ਪੋਸ਼ਾਕ ਪਹਿਨੇ ਹੋਏ, ਹੱਥਾਂ 'ਚ ਹੱਥ ਫੜੀ ਖੜੇ ਸਨ। ਮਲਾਹਾਂ ਨੇ ਸਾਵਧਾਨੀ ਨਾਲ ਕਿਸ਼ਤੀ ਨੂੰ ਤੱਟ ਤੇ ਲਗਾਇਆ ਤੇ ਪਾਦਰੀ ਦੇ ਉੱਤਰ ਜਾਣ ਤੱਕ ਕਿਸ਼ਤੀ ਨੂੰ ਰੋਕ ਰੱਖਿਆ। ਬੁੱਢੇ ਉਸ ਨੂੰ ਦੇਖ ਕੇ ਅਦਬ ਨਾਲ ਝੁਕੇ ਤੇ ਪਾਦਰੀ ਨੇ ਉਹਨਾਂ ਨੂੰ ਦੁਆ ਦਿੱਤੀ, ਜਿਸ ਨੂੰ ਸੁਣ ਕੇ ਉਹ ਹੋਰ ਵੀ ਝੁਕ ਗਏ। ਫਿਰ ਪਾਦਰੀ ਉਹਨਾਂ ਨੂੰ ਮੁਖਾਤਬ ਹੋਇਆ, ਅੱਲਾ ਦੇ ਬੰਦਿਓ, ਮੈਂ ਸੁਣਿਆ ਏ ਕਿ ਤੁਸੀਂ ਆਪਣੀ ਰੂਹ ਦੀ ਹਿਫਾਜ਼ਤ ਖਾਤਰ ਇੱਥੇ ਰਹਿੰਦੇ ਹੋ ਤੇ ਤੁਸੀਂ ਖੁਦਾ ਕੋਲੋਂ ਸਰਬੱਤ ਦੀ ਖੈਰ ਵੀ ਮੰਗਦੇ ਹੋ। ਮੈਂ ਵੀ ਮਸੀਹ ਦਾ ਅਦਨਾ ਸੇਵਕ ਹਾਂ। ਖੁਦਾ ਦੀ ਦਇਆ ਨਾਲ ਉਸ ਦੀ ਰਿਆਇਆ ਦਾ ਧਿਆਨ ਰੱਖਣਾ ਤੇ ਉਹਨਾਂ ਦੀ ਤਰਬੀਅਤ ਕਰਨਾ ਮੇਰੀ ਜ਼ਿੰਮੇਵਾਰੀ ਏ। ਅੱਲਾ ਵਾਲਿਓ, ਮੇਰੀ ਖਾਹਿਸ਼ ਸੀ ਕਿ ਤੁਹਾਨੂੰ ਮਿਲਾਂ ਤੇ ਤੁਹਾਨੂੰ ਵੀ ਕੁਝ ਸਿਖਾਵਾਂ। ਬੁੱਢੇ ਇੱਕ ਦੂਜੇ ਦੀ ਤਰਫ ਵੇਖ ਕੇ ਮੁਸਕਰਾਏ, ਪਰ ਖਾਮੋਸ਼ ਰਹੇ। ਮੈਨੂੰ ਦੱਸੋ, ਪਾਦਰੀ ਬੋਲਿਆ, ਤੁਸੀਂ ਆਪਣੀ ਰੂਹ ਦੀ ਹਿਫਾਜ਼ਤ ਖਾਤਰ ਕੀ ਕਰ ਰਹੇ ਹੋ ਤੇ ਤੁਸੀਂ ਇਸ ਟਾਪੂ ਵਿੱਚ ਰਹਿ ਕੇ ਖੁਦਾ ਦਾ ਕਿਹੜਾ ਕੰਮ ਕਰ ਰਹੇ ਹੋ? ਦੂਜੇ ਦਰਵੇਸ਼ ਨੇ ਆ ਭਰੀ ਤੇ ਸਭ ਤੋਂ ਬਜ਼ੁਰਗ ਬਾਬੇ ਵੱਲ ਦੇਖਿਆ। ਬਾਬਾ ਮੁਸਕਰਾਇਆ ਤੇ ਬੋਲਿਆ, ਖੁਦਾ ਦੇ ਬੰਦੇ, ਸਾਨੂੰ ਨਹੀਂ ਪਤਾ ਕਿ ਖੁਦਾ ਦੀ ਖਿਦਮਤ ਕਿਵੇਂ ਕਰਨੀ ਹੈ। ਅਸੀਂ ਤਾਂ ਬਸ ਆਪਦਾ ਕੰਮਕਾਜ ਕਰਕੇ ਗੁਜ਼ਰ ਬਸਰ ਕਰਦੇ ਹਾਂ।
ਪਰ ਤੁਸੀਂ ਖੁਦਾ ਦੀ ਇਬਾਦਤ ਕਿਵੇਂ ਕਰਦੇ ਹੋ? ਪਾਦਰੀ ਨੇ ਪੁੱਛਿਆ। ਦਰਵੇਸ਼ ਨੇ ਜਵਾਬ ਦਿੱਤਾ, ਅਸੀਂ ਤਾਂ ਇਸ ਤਰ੍ਹਾਂ ਦੁਆ ਕਰਦੇ ਹਾਂ, ਤੁਸੀਂ ਤਿੰਨ ਹੋ, ਅਸੀਂ ਵੀ ਤਿੰਨ ਹਾਂ, ਸਾਡੇ 'ਤੇ ਰਹਿਮ ਕਰੋ। ਜਦ ਬੁੱਢਾ ਇਹ ਸ਼ਬਦ ਕਹਿ ਰਿਹਾ ਸੀ, ਤਿੰਨਾਂ ਦਰਵੇਸ਼ਾਂ ਨੇ ਨਜ਼ਰਾਂ ਅਸਮਾਨ ਵੱਲ ਉਠਾਈਆਂ ਤੇ ਬੋਲੇ, ਤੁਸੀਂ ਤਿੰਨ ਹੋ, ਅਸੀਂ ਵੀ ਤਿੰਨ ਹਾਂ, ਸਾਡੇ 'ਤੇ ਰਹਿਮ ਕਰੋ। ਪਾਦਰੀ ਮੁਸਕਰਾਇਆ, ਤੁਹਾਨੂੰ ਪਵਿੱਤਰ ਤਿੱਕੜੀ ਦਾ ਤਾਂ ਪਤਾ ਹੈ, ਪਰ ਤੁਹਾਡਾ ਇਬਾਦਤ ਦਾ ਤਰੀਕਾ ਦਰੁਸਤ ਨਹੀਂ ਹੈ। ਅੱਲਾ ਵਾਲਿਓ, ਮੈਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਹੈ। ਸਾਫ਼ ਹੈ ਕਿ ਤੁਸੀਂ ਖੁਦਾ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਪਰ ਤੁਹਾਨੂੰ ਤਰੀਕਾ ਨਹੀਂ ਪਤਾ। ਇਬਾਦਤ ਐਵੇਂ ਨਹੀਂ ਕਰਦੇ, ਮੈਂ ਤੁਹਾਨੂੰ ਸਿਖਾਉਣਾ, ਤੁਸੀਂ ਬਸ ਸੁਣਦੇ ਜਾਓ। ਜੋ ਤਰੀਕਾ ਮੈਂ ਤੁਹਾਨੂੰ ਦੱਸਾਂਗਾ ਉਹ ਮੇਰਾ ਘੜਿਆ ਹੋਇਆ ਨਹੀਂ ਹੈ, ਸਗੋਂ ਖੁਦਾਵੰਦ ਨੇ ਸੰਤਾਂ ਰਾਹੀਂ ਬੰਦਿਆਂ ਨੂੰ ਇਸ ਤਰੀਕੇ ਨਾਲ ਉਸ ਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਹੈ। ਫਿਰ ਪਾਦਰੀ ਨੇ ਉਹਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਖੁਦਾ ਨੇ ਖੁਦ ਨੂੰ ਲੋਕਾਂ ਉੱਤੇ ਪਾਕ ਕੀਤਾ। ਉਸਨੇ ਉਹਨਾਂ ਨੂੰ ਬਾਪ ਖੁਦਾ, ਬੇਟੇ ਖੁਦਾ ਤੇ ਰੂਹ ਖੁਦਾ ਬਾਰੇ ਵੀ ਦੱਸਿਆ। ਖੁਦਾ ਦਾ ਪੁੱਤਰ ਇਨਸਾਨਾਂ ਦੀ ਜਾਨ ਬਖਸ਼ੀ ਕਰਵਾਉਣ ਲਈ ਜ਼ਮੀਨ ਉੱਤੇ ਆਇਆ ਸੀ ਤੇ ਉਸਨੇ ਸਾਨੂੰ ਇਬਾਦਤ ਦਾ ਇਹ ਤਰੀਕਾ ਸਿਖਾਇਆ। ਸਾਡਾ ਬਾਪ, ਪਹਿਲੇ ਬੁੱਢੇ ਨੇ ਪਾਦਰੀ ਦੇ ਪਿੱਛੇ ਦੁਹਰਾਇਆ, ਸਾਡਾ ਬਾਪ। ਉਸ ਦੇ ਪਿੱਛੇ ਦੂਜਾ ਬੋਲਿਆ, ਸਾਡਾ ਬਾਪ, ਤੇ ਫਿਰ ਤੀਜਾ ਬੋਲਿਆ, ਸਾਡਾ ਬਾਪ ਜੋ ਉੱਪਰ ਸੁਰਗ ਵਿੱਚ ਹੈ। ਪਾਦਰੀ ਬੋਲਿਆ। ਪਹਿਲਾਂ ਬੁੱਢੇ ਨੇ ਦੁਹਰਾਇਆ, ਜੋ ਉੱਪਰ ਸੁਰਗ ਵਿੱਚ ਹੈ, ਪਰ ਦੂਜੇ ਕੋਲੋਂ ਸ਼ਬਦ ਗਲਤ ਮਲਤ ਹੋ ਗਏ। ਉਸ ਦੇ ਵਧੇ ਹੋਏ ਵਾਲ ਉਸ ਦੇ ਮੂੰਹ ਵਿੱਚ ਆ ਰਹੇ ਸਨ, ਇਸ ਲਈ ਉਸ ਕੋਲੋਂ ਠੀਕ ਨਹੀਂ ਬੋਲਿਆ ਜਾਂਦਾ ਸੀ। ਸਭ ਤੋਂ ਬੁੱਢੇ ਬਾਬੇ ਦੇ ਦੰਦ ਨਹੀਂ ਸਨ। ਉਸਨੇ ਵੀ ਪੋਪਲੇ ਮੂੰਹ ਵਿੱਚੋਂ ਕੁਝ ਅੰਟ ਛੰਟ ਬੋਲ ਦਿੱਤਾ। ਪਾਦਰੀ ਨੇ ਦੁਬਾਰਾ ਸ਼ਬਦ ਦੁਹਰਾਏ। ਉਹਦੇ ਪਿੱਛੇ ਪਿੱਛੇ ਬੁੱਢੇ ਵੀ ਦੁਹਰਾਉਣ ਲੱਗੇ। ਪਾਦਰੀ ਇੱਕ ਪੱਥਰ ਤੇ ਬੈਠ ਗਿਆ ਤੇ ਬੁੱਢੇ ਉਸ ਦੇ ਸਾਹਮਣੇ ਬੈਠ ਗਏ। ਜਿਵੇਂ ਜਿਵੇਂ ਉਹ ਬੋਲਦਾ, ਬੁੱਢੇ ਵੀ ਉਹਦੇ ਵੱਲ ਮੂੰਹ ਕਰਕੇ ਉਹੀ ਦੁਹਰਾਈ ਜਾਂਦੇ। ਸਾਰਾ ਦਿਨ ਪਾਦਰੀ ਜਾਨ ਮਾਰਦਾ ਰਿਹਾ, ਇੱਕ ਇੱਕ ਲਫ਼ਜ਼ ਨੂੰ 20-20, 30-30 ਤੇ 100-100 ਮਰਤਬਾ ਦੁਹਰਾਉਂਦਾ ਰਿਹਾ ਤੇ ਬੁੱਢੇ ਉਹਦੇ ਪਿੱਛੇ ਪਿੱਛੇ ਦੁਹਰਾਉਂਦੇ ਰਹੇ। ਉਹ ਗਲਤੀ ਕਰਦੇ, ਉਹ ਸਹੀ ਕਰਦਾ ਤੇ ਫਿਰ ਸ਼ੁਰੂ ਤੋਂ ਸ਼ੁਰੂ ਕਰਾ ਦਿੰਦਾ। ਪਾਦਰੀ ਉੱਥੇ ਹੀ ਰਿਹਾ ਜਦ ਤੱਕ ਕਿ ਉਹਨਾਂ ਨੂੰ ਪੂਰੀ ਦੁਆ ਜ਼ਬਾਨੀ ਨਾਲ ਯਾਦ ਹੋ ਗਈ। ਉਹ ਨਾ ਸਿਰਫ ਉਸ ਦੇ ਪਿੱਛੇ ਦੁਹਰਾਉਣ ਜੋਗੇ ਹੋ ਗਏ, ਸਗੋਂ ਉਹਦੇ ਬਿਨਾਂ ਵੀ ਉਹਨਾਂ ਨੂੰ ਪੂਰੀ ਦੁਆ ਯਾਦ ਹੋ ਗਈ। ਦਰਮਿਆਨ ਵਾਲੇ ਨੇ ਸਭ ਤੋਂ ਪਹਿਲਾਂ ਦੁਆ ਯਾਦ ਕਰਕੇ ਜ਼ਬਾਨੀ ਸੁਣਾਈ। ਪਾਦਰੀ ਦੇ ਕਹਿਣ ਤੇ ਉਸਨੇ ਦੂਸਰਿਆਂ ਦੀ ਵੀ ਵਾਰ-ਵਾਰ ਦੁਹਰਾਈ ਕਰਾਈ। ਆਖਿਰਕਾਰ ਦੂਸਰਿਆਂ ਨੂੰ ਵੀ ਦੁਆ ਯਾਦ ਹੋ ਗਈ। ਅੰਧਕਾਰ ਛਾ ਰਿਹਾ ਸੀ ਤੇ ਪਾਣੀਆਂ ਦੇ ਪਿੱਛੋਂ ਚੰਨ ਚੜ੍ਹ ਰਿਹਾ ਸੀ। ਤਦ ਪਾਦਰੀ ਜਹਾਜ਼ ਉੱਤੇ ਵਾਪਸ ਜਾਣ ਲਈ ਉੱਠ ਖੜਾ ਹੋਇਆ। ਉਸਨੇ ਬੁੱਢਾ ਤੋਂ ਜਾਣ ਦੀ ਇਜਾਜ਼ਤ ਮੰਗੀ। ਉਹ ਉਹਦੇ ਸਾਹਮਣੇ ਆਦਰ ਨਾਲ ਝੁਕ ਗਏ। ਪਾਦਰੀ ਨੇ ਉਹਨਾਂ ਨੂੰ ਉਠਾਇਆ, ਇੱਕ ਇੱਕ ਨੂੰ ਚੁੰਮਿਆ ਤੇ ਉਹਨਾਂ ਨੂੰ ਉਸਦੇ ਦੱਸੇ ਹੋਏ ਤਰੀਕੇ ਨਾਲ ਇਬਾਦਤ ਕਰਨ ਦੀ ਹਿਦਾਇਤ ਕੀਤੀ। ਕਿਸ਼ਤੀ ਵਿੱਚ ਬੈਠ ਕੇ ਵਾਪਸ ਜਾਂਦੇ ਹੋਏ ਉਹਨੂੰ ਬੁੱਢਾ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਹ ਉੱਚੀ ਉੱਚੀ ਦੁਆ ਪੜ੍ਹ ਰਹੇ ਸਨ। ਜਿਵੇਂ ਜਿਵੇਂ ਕਿਸ਼ਤੀ ਜਹਾਜ਼ ਦੇ ਨਜ਼ਦੀਕ ਹੁੰਦੀ ਗਈ, ਉਹਨਾਂ ਦੀਆਂ ਆਵਾਜ਼ਾਂ ਮੱਧਮ ਹੁੰਦੀਆਂ ਚਲੀਆਂ ਗਈਆਂ, ਪਰ ਚੰਨ ਦੀ ਚਾਨਣੀ ਵਿੱਚ ਉਹਨਾਂ ਦੀ ਧੁੰਦਲੀ ਜਿਹੀ ਝਲਕ ਦਿਖਾਈ ਦੇ ਰਹੀ ਸੀ। ਜਿੱਥੇ ਉਹ ਉਹਨਾਂ ਨੂੰ ਛੱਡ ਕੇ ਆਇਆ ਸੀ, ਉਹ ਉਸੇ ਜਗ੍ਹਾ ਤੇ ਖੜੇ ਸਨ। ਪਾਦਰੀ ਦੇ ਜਹਾਜ਼ ਤੇ ਪਹੁੰਚਦੇ ਹੀ ਲੰਗਰ ਉਠਾ ਕੇ ਬਾਦਬਾਨ ਖੋਲ ਦਿੱਤੇ ਗਏ। ਹਵਾ ਨੇ ਬਾਦਬਾਨਾਂ ਨੂੰ ਭਰ ਦਿੱਤਾ ਤੇ ਜਹਾਜ਼ ਟਾਪੂ ਤੋਂ ਦੂਰ ਜਾਣ ਲੱਗਾ। ਪਾਦਰੀ ਡੈਕ ਤੇ ਇੱਕ ਜਗ੍ਹਾ ਤੇ ਬੈਠ ਗਿਆ ਤੇ ਉਸ ਟਾਪੂ ਵੱਲ ਦੇਖਣ ਲੱਗ ਪਿਆ ਜਿਹਨੂੰ ਉਹ ਪਿੱਛੇ ਛੱਡ ਆਇਆ ਸੀ। ਥੋੜੀ ਦੇਰ ਤੱਕ ਦਰਵੇਸ਼ ਨਜ਼ਰ ਆਉਂਦੇ ਰਹੇ, ਫਿਰ ਉਹ ਨਜ਼ਰ ਤੋਂ ਓਹਲੇ ਹੋ ਗਏ, ਪਰ ਟਾਪੂ ਨਜ਼ਰ ਆਉਂਦਾ ਰਿਹਾ। ਆਖਿਰਕਾਰ ਉਹ ਵੀ ਗਾਇਬ ਹੋ ਗਿਆ। ਨਜ਼ਰ ਦੇ ਅੱਗੇ ਸਮੁੰਦਰ ਹੀ ਸਮੁੰਦਰ ਰਹਿ ਗਿਆ, ਚਾਂਦਨੀ ਵਿੱਚ ਕਰਵਟਾਂ ਲੈਂਦਾ ਸਮੁੰਦਰ। ਯਾਤਰੀ ਸੌ ਗਏ, ਡੈਕ ਤੇ ਖਾਮੋਸ਼ੀ ਛਾ ਗਈ। ਪਾਦਰੀ ਸੌਣਾ ਨਹੀਂ ਚਾਹੁੰਦਾ ਸੀ। ਉਹ ਡੈਕ ਤੇ ਇਕੱਲਾ ਬੈਠਾ ਰਿਹਾ ਤੇ ਸਮੁੰਦਰ ਵੱਲ ਦੇਖਦਾ ਰਿਹਾ। ਉਹਨਾਂ ਭਲੇ ਮਾਨਸ ਦਰਵੇਸ਼ਾਂ ਬਾਰੇ ਸੋਚ ਰਿਹਾ ਸੀ ਕਿ ਉਹ ਲੋਕ ਦੁਆ ਯਾਦ ਕਰਕੇ ਕਿੰਨੇ ਖੁਸ਼ ਹੋਏ ਸਨ ਤੇ ਖੁਦਾ ਦਾ ਸ਼ੁਕਰ ਅਦਾ ਕੀਤਾ ਕਿ ਉਸਨੇ ਉਸ ਨੂੰ ਇੰਨੇ ਖੁਦਾ ਪ੍ਰਸਤ ਲੋਕਾਂ ਨੂੰ ਕੁਝ ਸਿਖਾਉਣ ਤੇ ਉਹਨਾਂ ਦੀ ਮਦਦ ਕਰਨ ਦਾ ਮੌਕਾ ਦਿੱਤਾ। ਬਸ ਪਾਦਰੀ ਬੈਠਾ ਰਿਹਾ, ਸੋਚਦਾ ਰਿਹਾ ਤੇ ਸਮੁੰਦਰ ਵੱਲ ਦੇਖਦਾ ਰਿਹਾ, ਜਿੱਥੇ ਟਾਪੂ ਉਹਦੀ ਨਜ਼ਰਾਂ ਤੋਂ ਓਹਲੇ ਹੋ ਗਿਆ ਸੀ। ਚਾਨਣੀ ਉਸ ਦੀਆਂ ਨਜ਼ਰਾਂ ਦੇ ਸਾਹਮਣੇ ਟਿਮਟਮਾਉਂਦੀ ਰਹੀ ਤੇ ਝਿਲਮਿਲਾਉਂਦੀ ਰਹੀ। ਅਚਾਨਕ ਉਸ ਨੂੰ ਸਮੁੰਦਰ ਉੱਤੇ ਫੈਲੀ ਚਾਂਦਨੀ ਤੇ ਕੋਈ ਸਫੈਦ ਤੇ ਚਮਕਦੀ ਹੋਈ ਚੀਜ਼ ਵਿਖਾਈ ਦਿੱਤੀ। ਪਤਾ ਨਹੀਂ ਇਹ ਕੋਈ ਬਗਲਾ ਸੀ ਜਾਂ ਕਿਸੇ ਕਿਸ਼ਤੀ ਦਾ ਛੋਟਾ ਜਿਹਾ ਚਮਕਦਾਰ ਬਾਦਬਾਨ। ਪਾਦਰੀ ਨੇ ਸੋਚਦੇ ਸੋਚਦੇ ਉਸ ਤੇ ਨਜ਼ਰ ਟਿਕਾ ਦਿੱਤੀ। ਇਹ ਕੋਈ ਕਿਸ਼ਤੀ ਹੀ ਲੱਗਦੀ ਹੈ ਜੋ ਸਾਡੇ ਪਿੱਛੇ ਪਿੱਛੇ ਬਹੁਤ ਤੇਜ਼ੀ ਨਾਲ ਚੱਲੀ ਆ ਰਹੀ ਹੈ।
ਹੁਣੇ ਕੁਝ ਪਲ ਪਹਿਲਾਂ ਤਾਂ ਬੜੀ ਦੂਰ ਸੀ, ਪਰ ਹੁਣ ਬੜੀ ਨਜ਼ਦੀਕ ਹੈ। ਪਰ ਇਹ ਕਿਸ਼ਤੀ ਤਾਂ ਹੋ ਨਹੀਂ ਸਕਦੀ, ਕਿਉਂਕਿ ਬਾਦਬਾਨ ਤਾਂ ਕੋਈ ਨਜ਼ਰ ਨਹੀਂ ਆ ਰਿਹਾ। ਖੈਰ, ਜੋ ਕੁਝ ਵੀ ਹੈ ਸਾਡਾ ਪਿੱਛਾ ਕਰ ਰਿਹਾ ਹੈ ਤੇ ਸਾਡੇ ਤੱਕ ਪੁੱਜਣ ਹੀ ਵਾਲਾ ਹੈ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਿਰ ਚੀਜ਼ ਕੀ ਸੀ। ਕਿਸ਼ਤੀ ਨਹੀਂ ਹੈ, ਪਰਿੰਦਾ ਨਹੀਂ ਹੈ ਤੇ ਮੱਛੀ ਵੀ ਨਹੀਂ ਹੈ। ਆਦਮੀ ਤੋਂ ਤਾਂ ਉਹ ਬਹੁਤ ਵੱਡੀ ਚੀਜ਼ ਸੀ, ਤੇ ਹੁਣ ਜਿਵੇਂ ਬੰਦਾ ਸਮੁੰਦਰ ਵਿੱਚੋਂ ਤਾਂ ਆ ਨਹੀਂ ਸਕਦਾ। ਪਾਦਰੀ ਉੱਠਿਆ ਤੇ ਮਲਾਹ ਨੂੰ ਬੋਲਿਆ, ਉਹ ਵੇਖੋ, ਪਤਾ ਨਹੀਂ ਕੀ ਚੀਜ਼ ਹੈ। ਹਾਲਾਂਕਿ ਉਸਨੂੰ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕੀ ਚੀਜ਼ ਹੈ। ਪਾਣੀ ਉੱਤੇ ਭੱਜੇ ਹੁੰਦੇ ਹੋਏ ਤਿੰਨੋਂ ਦਰਵੇਸ਼, ਨਿਰੇ ਚਿੱਟੇ ਸਫੈਦ, ਉਹਨਾਂ ਦੀਆਂ ਭੂਰੀਆਂ ਦਾੜੀਆਂ ਚਮਕ ਰਹੀਆਂ ਸਨ ਤੇ ਉਹ ਇੰਨੀ ਤੇਜ਼ੀ ਨਾਲ ਜਹਾਜ਼ ਦੇ ਨੇੜੇ ਆ ਗਏ ਜਿਵੇਂ ਜਹਾਜ਼ ਰੁਕਿਆ ਹੋਇਆ ਹੋਵੇ। ਉਹਨਾਂ ਦੀ ਨਜ਼ਰ ਪੈਂਦੇ ਹੀ ਪਤਵਾਰ ਉੱਤੇ ਬੈਠੇ ਮਲਾਹ ਨੇ ਖੌਫ ਨਾਲ ਪਤਵਾਰ ਛੱਡ ਦਿੱਤਾ। ਉਹ ਮੇਰੇ ਖੁਦਾ, ਦਰਵੇਸ਼ ਤਾਂ ਪਾਣੀ ਤੇ ਇਦਾਂ ਭੱਜੇ ਆ ਰਹੇ ਨੇ ਜਿਵੇਂ ਖੁਸ਼ਕ ਜ਼ਮੀਨ ਤੇ ਭੱਜੇ ਆ ਰਹੇ ਹੋਣ। ਦੂਜੇ ਮੁਸਾਫਰ ਉਸ ਦੀ ਗੱਲ ਸੁਣਦੇ ਹੀ ਉੱਠ ਖੜੇ ਹੋਏ ਤੇ ਜਹਾਜ਼ ਦੇ ਕੰਢੇ ਤੋਂ ਉਹਨਾਂ ਦਾ ਮਜਮਾ ਲੱਗ ਗਿਆ। ਉਹਨਾਂ ਨੇ ਵੇਖਿਆ ਕਿ ਦਰਵੇਸ਼ ਹੱਥਾਂ ਵਿੱਚ ਹੱਥ ਪਾਈ ਉਹਨਾਂ ਵੱਲ ਭੱਜੇ ਆ ਰਹੇ ਨੇ। ਸੱਜੇ ਖੱਬੇ ਵਾਲੇ ਦਰਵੇਸ਼ ਜਹਾਜ਼ ਨੂੰ ਰੁਕਣ ਦਾ ਇਸ਼ਾਰਾ ਕਰ ਰਹੇ ਸਨ। ਪਾਣੀ ਦੇ ਉੱਤੇ ਤਿੰਨੋਂ ਬਿਨਾਂ ਪੈਰ ਹਿਲਾਏ ਹੱਥਾਂ 'ਚ ਹੱਥ ਪਾਈ ਚੱਲੇ ਆ ਰਹੇ ਸਨ। ਜਹਾਜ਼ ਰੁਕਣ ਤੋਂ ਪਹਿਲਾਂ ਦਰਵੇਸ਼ ਉਸ ਤੱਕ ਆਣ ਪਹੁੰਚੇ। ਸਿਰ ਝੁਕਾਈ ਤਿੰਨੋਂ ਇੱਕੋ ਆਵਾਜ਼ 'ਚ ਕਹਿਣ ਲੱਗੇ, ਅੱਲਾ ਦੇ ਬੰਦੇ, ਸਾਨੂੰ ਤੁਹਾਡੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਭੁੱਲ ਗਈਆਂ। ਜਿੰਨੀ ਦੇਰ ਅਸੀਂ ਦੁਹਰਾਉਂਦੇ ਰਹੇ ਸਾਨੂੰ ਯਾਦ ਰਹੀਆਂ, ਪਰ ਜਿਵੇਂ ਹੀ ਅਸੀਂ ਦੁਹਰਾਈ ਥੋੜੀ ਬੰਦ ਕੀਤੀ, ਇੱਕ ਹਰਫ ਭੁੱਲ ਗਿਆ ਤੇ ਹੁਣ ਇੱਕ ਹਰਫ ਕਰਕੇ ਸਾਰੀ ਦੁਆ ਭੁੱਲ ਗਈ। ਸਾਨੂੰ ਕੁਝ ਯਾਦ ਨਹੀਂ ਰਿਹਾ, ਸਾਨੂੰ ਦੁਬਾਰਾ ਸਿਖਾ ਦਿਓ। ਪਾਦਰੀ ਨੇ ਸੀਨੇ ਤੇ ਸਲੀਬ ਬਣਾਈ ਤੇ ਜਹਾਜ਼ ਦੇ ਕੰਢੇ ਤੇ ਝੁੱਕ ਕੇ ਬੋਲਿਆ, ਅੱਲਾ ਦੇ ਬੰਦਿਓ, ਤੁਹਾਡੀ ਖੁਦ ਦੀ ਦੁਆ ਖੁਦਾ ਤੱਕ ਪਹੁੰਚ ਜਾਏਗੀ। ਮੈਂ ਕੁਝ ਨਹੀਂ ਪੜ੍ਹਾ ਸਕਦਾ, ਬਸ ਸਾਡੇ ਵਰਗੇ ਗੁਨਾਹਗਾਰਾਂ ਲਈ ਦੁਆ ਕਰ ਦੇਣਾ। ਫਿਰ ਪਾਦਰੀ ਉਹਨਾਂ ਬੁੱਢਾਂ ਦੇ ਸਾਹਮਣੇ ਬਹੁਤ ਅਦਬ ਨਾਲ ਝੁਕ ਗਿਆ। ਉਹ ਮੁੜੇ ਤੇ ਸਮੁੰਦਰ ਉੱਤੇ ਉੱਡਦੇ ਹੋਏ ਨਿਗਾਹਾਂ ਤੋਂ ਓਹਲੇ ਹੋ ਗਏ। ਜਿਸ ਜਗ੍ਹਾ ਉਹ ਨਜ਼ਰਾਂ ਤੋਂ ਓਹਲੇ ਹੋਏ ਸਨ, ਇੱਕ ਨੂਰ ਸਵੇਰ ਹੋਣ ਤੱਕ ਉਸ ਜਗ੍ਹਾ ਲਿਸ਼ਕਾਰੇ ਮਾਰਦਾ ਰਿਹਾ।